ਉਹ 7 ਜਨਮਾਂ ਦੀ ਸਰਾਪੀ ਤੇ ਬਦਬਖਤ ਰਾਤ ਮੈਨੂੰ ਕਦੇ ਨਹੀਂ ਭੁੱਲਣੀ। ਉਹ ਧੂਆਂ ਮੈਨੂੰ ਕਦੇ ਨਹੀਂ ਭੁੱਲੇਗਾ। ਰਾਤ ਦੀ ਉਹ ਖਾਮੋਸ਼ੀ ਮੈਨੂੰ ਕਦੇ ਵੀ ਨਹੀਂ ਭੁੱਲਣੀ ਜਿਸ ਨੇ ਮੇਰੇ ਕੋਲੋਂ ਸਦੀਵੀ ਤੌਰ 'ਤੇ ਜਿਉਣ ਦੀ ਤਮੰਨਾ ਖੋਹ ਲਈ ਸੀ। ਉਹ ਘੜੀ ਮੈਨੂੰ ਕਦੇ ਨਹੀਂ ਭੁੱਲਣੀ ਜਿਸ ਨੇ ਮੇਰੇ ਖੁਦਾ ਅਤੇ ਮੇਰੀ ਆਤਮਾ ਦਾ ਖੂਨ ਕਰ ਦਿੱਤਾ ਸੀ ਅਤੇ ਮੇਰੇ ਸੁਪਨਿਆਂ ਨੂੰ ਮਿੱਟੀ ਵਿੱਚ ਰਲਾ ਕੇ ਰੱਖ ਦਿੱਤਾ ਸੀ। ਮੈਨੂੰ ਭਾਵੇਂ ਖੁਦ ਰੱਬ ਦੀ ਉਮਰ ਜਿੰਨੀ ਦੀਰਘ ਉਮਰ ਵੀ ਕਿਉਂ ਨਾ ਭੋਗਣੀ ਪਵੇ, ਇਹ ਚੀਜ਼ਾਂ ਮੈਨੂੰ ਕਦੇ ਨਹੀਂ ਉਹ ਭੁੱਲਣੀਆਂ, ਕਦੇ ਵੀ ਨਹੀਂ। ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਪੰਥ ਨੂੰ ਸਾਰੀ ਦੁਨੀਆ ਵਿੱਚ ਉਹਨਾਂ ਦੀ ਸੇਵਾ ਭਾਵਨਾ ਅਤੇ ਜ਼ੁਲਮ ਵਿਰੁੱਧ ਲੜਨ ਲਈ ਜਾਣਿਆ ਜਾਂਦਾ ਹੈ। ਸਿੱਖਾਂ ਨੂੰ ਅਣਖ ਨਾਲ ਜ਼ਿੰਦਗੀ ਜਿਉਣਾ ਅਤੇ ਗੁਰੂ ਦੇ ਮਾਰਗ ਉੱਤੇ ਚੱਲਦਿਆਂ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਉਹਨਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸਿੱਖ ਪੰਥ ਦਾ ਸਾਰਾ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਹੋਇਆ ਹੈ ਜੋ ਸਾਡਾ ਸਿਰ ਮਾਣ ਨਾਲ ਉੱਚਾ ਕਰਦਾ ਹੈ। ਇਹਨਾਂ ਅਨੇਕਾਂ ਸ਼ਹਾਦਤਾਂ ਵਿੱਚੋਂ ਜਿਸ ਬਾਰੇ ਅਸੀਂ ਅੱਜ ਚਰਚਾ ਕਰਾਂਗੇ ਉਹ ਹੈ 1984 ਦਾ ਘੱਲੂਘਾਰਾ, ਜਦੋਂ ਭਾਰਤ ਦੀ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਕੀਤਾ ਅਤੇ ਸਾਡਾ ਅਕਾਲ ਤਖ਼ਤ ਤਬਾਹ ਕਰ ਦਿੱਤਾ ਸੀ। ਅਜਿਹੇ ਵਿਤਕਰੇ ਸਿੱਖਾਂ ਨਾਲ ਉਸ ਵੇਲੇ ਤੋਂ ਹੀ ਸ਼ੁਰੂ ਹੋ ਗਏ ਸੀ ਜਦੋਂ ਦਾ ਭਾਰਤ ਅੰਗਰੇਜ਼ਾਂ ਕੋਲੋਂ ਆਜ਼ਾਦ ਹੋਇਆ। ਆਜ਼ਾਦੀ ਦੇ ਕੁਝ ਕੁ ਸਾਲਾਂ ਬਾਅਦ ਹੀ ਪੰਜਾਬ ਦੇ ਗਵਰਨਰ ਨੇ ਸਿੱਖਾਂ ਨੂੰ ਕ੍ਰਿਮੀਨਲ ਪ੍ਰੋਫੈਸ਼ਨ ਕੌਮ ਆਖ ਦਿੱਤਾ ਸੀ। ਫਿਰ ਇਸ ਤੋਂ ਬਾਅਦ ਸਾਰੇ ਦੇਸ਼ ਦੀ ਵੰਡ ਭਾਸ਼ਾ ਦੇ ਆਧਾਰ ਉੱਤੇ ਕੀਤੀ ਗਈ, ਪਰ ਪੰਜਾਬ ਨੂੰ ਉਸ ਵਿੱਚ ਨਾ ਸ਼ਾਮਲ ਕੀਤਾ ਗਿਆ, ਜਿਸ ਦੇ ਲਈ ਪੰਜਾਬੀ ਸੂਬਾ ਮੋਰਚਾ ਲੱਗਾ ਅਤੇ ਸਾਡੇ ਬਜ਼ੁਰਗਾਂ ਨੇ ਜੱਦੋ-ਜਹਿਦ ਕਰਕੇ ਪੰਜਾਬੀ ਸੂਬਾ ਲਿਆ। 1984 ਦੇ ਦੁਖਾਂਤ ਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਉਹਨਾਂ ਨੇ ਹੀ ਸਿੱਖ ਪੰਥ ਨੂੰ ਆਪਣੇ ਹੱਕਾਂ ਲਈ ਲੜਨ ਲਈ ਮੁੱਖ ਭੂਮਿਕਾ ਅਦਾ ਕੀਤੀ ਸੀ। ਸੰਨ 1977 ਈਸਵੀ ਵਿੱਚ ਸੰਤ ਜਰਨੈਲ ਸਿੰਘ ਜੀ ਦਮਦਮੀ ਟਕਸਾਲ ਦੇ 14ਵੇਂ ਮੁਖੀ ਬਣੇ। ਸੰਤ ਜਰਨੈਲ ਸਿੰਘ ਜੀ ਨੇ ਸਿੱਖਾਂ ਨੂੰ ਆਪਣੇ ਹੱਕਾਂ ਤੋਂ ਜਾਣੂ ਕਰਵਾਇਆ, ਗੁਰੂ ਜੀ ਦੇ ਦੱਸੇ ਰਾਹ ਉੱਤੇ ਚੱਲਣ ਲਈ ਪ੍ਰੇਰਿਆ ਅਤੇ ਹੋਰ ਅਨੇਕਾਂ ਐਬਾਂ ਤੋਂ ਦੂਰ ਹੋ ਕੇ ਧਰਮ ਦੇ ਰਾਹ 'ਤੇ ਚੱਲਣ ਲਈ ਕਿਹਾ। ਜੇ ਗੱਲ 1984 ਦੇ ਘੱਲੂਘਾਰੇ ਦੀ ਮੁੱਢ ਦੀ ਕਰੀਏ ਤਾਂ ਇਹ ਸਭ ਸ਼ੁਰੂ ਹੋਣ ਦਾ ਮੁੱਖ ਕਾਰਨ ਸੀ 1978 ਈਸਵੀ ਦੀ ਵਿਸਾਖੀ। ਇਸ ਵਿਸਾਖੀ ਵਾਲੇ ਦਿਨ ਨਿਰੰਕਾਰੀਆਂ ਵੱਲੋਂ 13 ਸਿੰਘ ਸ਼ਹੀਦ ਕਰ ਦਿੱਤੇ ਗਏ ਅਤੇ ਅਨੇਕਾਂ ਜ਼ਖਮੀ ਕੀਤੇ ਗਏ, ਪਰ ਇਹ ਕਾਂਡ ਸਰਕਾਰੀ ਸ਼ਹਿ ਥੱਲੇ ਹੋਣ ਕਰਕੇ ਇਨਸਾਫ ਨਾ ਮਿਲ ਸਕਿਆ ਅਤੇ ਸਿੱਖਾਂ ਵਿੱਚ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਹੋਰ ਵੱਧਦੀ ਗਈ। ਸੰਨ 1982 ਵਿੱਚ ਸੰਤ ਜਰਨੈਲ ਸਿੰਘ ਜੀ ਵੱਲੋਂ ਧਰਮ ਯੁੱਧ ਮੋਰਚਾ ਲਾਇਆ ਗਿਆ ਅਤੇ ਆਨੰਦਪੁਰ ਦੇ ਮਤੇ ਪੇਸ਼ ਕੀਤੇ ਗਏ ਜੋ ਪੰਜਾਬ ਦੇ ਸਿੱਖਾਂ ਦੇ ਵਧੇਰੇ ਹੱਕਾਂ ਵਿੱਚ ਸੀ। ਇਹ ਸਭ ਗੱਲਾਂ ਕਰਕੇ ਸੰਤ ਜਰਨੈਲ ਸਿੰਘ ਜੀ ਸਰਕਾਰ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਏ, ਪਰ ਸਿੱਖਾਂ ਵਿੱਚ ਉਹਨਾਂ ਦਾ ਕੱਦ ਹੋਰ ਵੀ ਉੱਚਾ ਹੁੰਦਾ ਗਿਆ। ਇਹਨਾਂ ਸਭ ਗੱਲਾਂ ਕਰਕੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਹਰਿਮੰਦਰ ਸਾਹਿਬ ਉੱਤੇ ਹਮਲਾ ਕਰਨ ਦੇ ਆਦੇਸ਼ ਦਿੱਤੇ, ਜਿੱਥੇ ਸੰਤ ਜਰਨੈਲ ਸਿੰਘ ਜੀ ਦਾ ਮੁੱਖ ਡੇਰਾ ਹੋਇਆ ਕਰਦਾ ਸੀ। ਇਸ ਹਮਲੇ ਨੂੰ ਆਪਰੇਸ਼ਨ ਬਲੂ ਸਟਾਰ ਨਾਲ ਜਾਣਿਆ ਜਾਂਦਾ ਹੈ, ਜੋ 1 ਜੂਨ 1984 ਤੋਂ 6 ਜੂਨ 1984 ਤੱਕ ਚੱਲਿਆ। 1 ਜੂਨ 1984 ਬਾਅਦ ਦੁਪਹਿਰ 12:40 'ਤੇ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਤੇ ਬਿਨਾਂ ਕਿਸੇ ਭੜਕਾਹਟ ਦੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ, ਜੋ ਸ਼ਾਮ ਦੇ 7 ਵਜੇ ਤੱਕ ਜਾਰੀ ਰਹੀ। ਇਕੱਲੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ 30 ਤੋਂ ਵੱਧ ਗੋਲੀਆਂ ਲੱਗੀਆਂ ਅਤੇ ਇਸ ਦੌਰਾਨ ਸ਼ਹਿਰ ਵਿੱਚ ਕਰਫਿਊ ਵਰਗੀ ਸਥਿਤੀ ਬਣੀ ਰਹੀ। 2 ਜੂਨ 1984 ਪੰਜਾਬ ਵਿੱਚ ਫੌਜੀ ਸ਼ਾਸਨ ਲਾਗੂ ਕਰ ਦਿੱਤਾ ਗਿਆ। ਪੂਰੇ ਪੰਜਾਬ ਅਤੇ ਇਸ ਦੇ ਗਵਾਂਢੀ ਰਾਜਾਂ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਫੌਜ ਵੱਲੋਂ ਸੀਲ ਕਰ ਦਿੱਤੀਆਂ ਗਈਆਂ। 3 ਜੂਨ 1984 ਦੇਰ ਸ਼ਾਮ ਪੰਜਾਬ ਵਿੱਚ ਟੈਲੀਫੋਨ ਸੰਚਾਰ ਪ੍ਰਣਾਲੀ ਠੱਪ ਕਰ ਦਿੱਤੀ ਗਈ ਅਤੇ 36 ਘੰਟਿਆਂ ਦਾ ਕਰਫਿਊ ਐਲਾਨ ਕਰ ਦਿੱਤਾ ਗਿਆ। ਸਮੁੱਚਾ ਅੰਮ੍ਰਿਤਸਰ ਸ਼ਹਿਰ ਭਾਰਤੀ ਫੌਜ ਦੇ ਘੇਰੇ ਵਿੱਚ ਆ ਚੁੱਕਾ ਸੀ। 4 ਜੂਨ 1984 ਸਾਰਾ ਦਿਨ ਭਾਰਤੀ ਫੌਜ ਅਤੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰਾਖਿਆਂ ਵਿੱਚ ਗਹਿ-ਗਚ ਗੋਲੀਬਾਰੀ ਹੁੰਦੀ ਰਹੀ। 5 ਜੂਨ 1984 ਵਿਜੇਤਾ ਟੈਂਕ ਦੇਰ ਰਾਤ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਦਾਖਲ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਗੋਲੇ ਦਾਗਦੇ ਰਹੇ। 6 ਜੂਨ 1984 ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਪੂਰੀ ਤਰ੍ਹਾਂ ਅੱਗ ਅਤੇ ਧੂਏ ਦੀ ਲਪੇਟ ਵਿੱਚ ਆ ਚੁੱਕੀ ਸੀ। ਸੰਤ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਠਾਰਾ ਸਿੰਘ ਜੀ ਸਮੇਤ ਸਿੰਘ ਸ਼ਹੀਦੀਆਂ ਪਾਉਣ ਲੱਗੇ। ਇਸ ਹਮਲੇ ਤੋਂ ਬਾਅਦ ਸਾਰੇ ਪੰਜਾਬ ਵਿੱਚ ਇੱਕ ਕਿਸਮ ਦਾ ਤੂਫਾਨ ਆ ਗਿਆ। ਪੰਜਾਬ ਦੀ ਜਵਾਨੀ ਨੇ ਆਪਣੇ ਉੱਤੇ ਹੋਏ ਅਤਿਆਚਾਰ ਦਾ ਬਦਲਾ ਲੈਣ ਲਈ ਹੱਥਾਂ ਵਿੱਚ ਹਥਿਆਰ ਚੁੱਕ ਲਏ, ਜਿਸ ਨੂੰ ਖਾੜਕੂਵਾਦ ਦਾ ਦੌਰ ਵੀ ਕਿਹਾ ਜਾਂਦਾ ਹੈ। ਅਕਾਲ ਤਖ਼ਤ ਦਾ ਬਦਲਾ ਲੈਣ ਲਈ ਸਿੱਖਾਂ ਨੇ ਇੰਦਰਾ ਗਾਂਧੀ ਦੀ 31 ਅਕਤੂਬਰ 1984 ਨੂੰ ਹੱਤਿਆ ਕਰ ਦਿੱਤੀ,
ਜਦੋਂ ਰਾਜੀਵ ਗਾਂਧੀ ਦਿੱਲੀ ਦੇ ਹਵਾਈ ਅੱਡੇ ਉੱਤੇ ਪਹੁੰਚਿਆ ਸੀ, ਉਸ ਨੂੰ ਲੈਣ ਗਏ ਲੋਕਾਂ ਨੂੰ ਮਿਲਦਿਆਂ ਹੀ ਉਸਨੇ ਠਾ ਇਹ ਸਵਾਲ ਕੀਤਾ ਸੀ ਕਿ ਮੇਰੀ ਮਾਂ ਮਰ ਗਈ ਹੈ ਅਤੇ ਤੁਸੀਂ ਕੀ ਕੀਤਾ ਹੈ। ਉਸ ਦਾ ਇਸ਼ਾਰਾ ਸਾਫ਼ ਸੀ ਅਤੇ ਉਸ ਦੇ ਦਿੱਲੀ ਪਹੁੰਚਣ ਤੋਂ ਬਾਅਦ ਹੀ ਸਿੱਖਾਂ 'ਤੇ ਵਿਆਪਕ ਪੱਧਰ 'ਤੇ ਅਤੇ ਵਿਉਂਤਬੰਦ ਢੰਗਾਂ ਨਾਲ ਹਮਲੇ ਹੋਣੇ ਸ਼ੁਰੂ ਹੋ ਗਏ। ਸਿੱਖਾਂ ਨੂੰ ਉਹਨਾਂ ਦੇ ਨਿੱਜੀ ਵਾਹਨਾਂ ਤੇ ਬੱਸਾਂ ਤੋਂ ਲਾ ਕੇ ਸ਼ਰੇਆਮ ਸੜਕਾਂ ਉੱਤੇ ਕੁੱਟਮਾਰ ਕੀਤੀ ਗਈ। ਉਹਨਾਂ ਦੀਆਂ ਕਾਰਾਂ ਸਕੂਟਰਾਂ ਨੂੰ ਰੋਕ ਕੇ ਅੱਗਾਂ ਲਾਈਆਂ ਜਾ ਰਹੀਆਂ ਸਨ। ਸੜਕਾਂ ਉੱਤੇ ਉਹਨਾਂ ਦੀਆਂ ਪੱਗਾਂ ਲਾਈਆਂ ਤੇ ਸਾੜੀਆਂ ਜਾ ਰਹੀਆਂ ਸਨ। ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਜਿਉਂਦੇ ਸਾੜਿਆ ਗਿਆ। ਉਹਨਾਂ 'ਤੇ ਤੇਜ਼ਾਬ ਸੁੱਟਿਆ ਗਿਆ ਅਤੇ ਸਿੱਖ ਔਰਤਾਂ ਦੀ ਇੱਜ਼ਤ ਲੁੱਟੀ ਗਈ। ਸਿੱਖ ਵਿਰੋਧੀ ਫਿਰਕੂ ਹਿੰਸਾ ਦੀ ਇਸ ਅੱਗ ਨੇ ਉੱਤਰੀ ਤੇ ਮੱਧ ਭਾਰਤ ਦੇ ਲਗਭਗ 80 ਸ਼ਹਿਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਇਹ ਸਿਲਸਿਲਾ 3 ਦਿਨਾਂ ਤੱਕ ਬੇਰੋਕ ਤੇ ਬੇਟੋਕ ਚੱਲਦਾ ਰਿਹਾ। ਇਹਨਾਂ 3 ਦਿਨਾਂ ਵਿੱਚ ਦੇਸ਼ ਅੰਦਰ 10,000 ਦੇ ਕਰੀਬ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਕੱਲੀ ਦਿੱਲੀ ਅੰਦਰ ਹੀ ਹਿੰਦੂ ਹਜੂਮਾਂ ਦੁਆਰਾ 4,000 ਦੇ ਲਗਭਗ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਸਿੱਖਾਂ ਦੇ 2,000 ਤੋਂ ਵੱਧ ਟਰੱਕਾਂ ਤੇ ਟੈਕਸੀਆਂ ਕਾਰਾਂ ਨੂੰ ਅੱਗਾਂ ਲਾ ਕੇ ਸਾੜ ਦਿੱਤਾ ਗਿਆ। ਕੁੱਲ ਮਿਲਾ ਕੇ ਸਿੱਖਾਂ ਦੀ ਤਕਰੀਬਨ 3 ਅਰਬ ਰੁਪਏ ਦੀ ਜਾਇਦਾਦ ਲੁੱਟੀ ਜਾਂ ਸਾੜ ਸੁੱਟੀ ਗਈ। ਦਿੱਲੀ ਅੰਦਰ 50,000 ਤੋਂ ਵੱਧ ਸਿੱਖ ਬੇਘਰ ਹੋ ਕੇ ਰੈਫਿਊਜੀ ਕੈਂਪਾਂ ਅੰਦਰ ਸ਼ਰਨ ਲੈਣ ਲਈ ਮਜਬੂਰ ਹੋ ਗਏ। 20 ਤੋਂ ਲੈ ਕੇ 30,000 ਤੱਕ ਸਿੱਖ ਪਰਿਵਾਰ ਦਿੱਲੀ ਛੱਡ ਕੇ ਪੰਜਾਬ ਜਾਂ ਹੋਰਨਾਂ ਥਾਵਾਂ 'ਤੇ ਚਲੇ ਗਏ। ਮੁਗਲ ਰਾਜ ਤੋਂ ਬਾਅਦ ਸਿੱਖਾਂ ਨੂੰ ਨਵੰਬਰ 1984 ਵਿੱਚ ਪਹਿਲੀ ਵਾਰ ਅਜਿਹੀ ਫਿਰਕੂ ਨਫ਼ਰਤ ਤੇ ਦੁਸ਼ਮਣੀ ਦਾ ਸਾਹਮਣਾ ਕਰਨਾ ਪਿਆ ਸੀ। ਇਹਨਾਂ ਦੰਗਿਆਂ ਨੂੰ ਜਾਇਜ਼ ਠਹਿਰਾਉਣ ਲਈ ਰਾਜੀਵ ਗਾਂਧੀ ਨੇ ਇਹ ਕਿਹਾ ਸੀ, ਜਦੋਂ ਵੱਡਾ ਰੁੱਖ ਡਿੱਗਦਾ ਹੈ ਜ਼ਮੀਨ ਕੰਬਦੀ ਹੈ। ਇਸ ਤੋਂ ਬਾਅਦ ਖੜਕੂਵਾਦ ਲਹਿਰ ਵਿੱਚ ਹੋਰ ਉਭਾਰ ਆਇਆ ਤੇ ਸਿੱਖਾਂ ਵਿੱਚ ਆਪਣਾ ਰਾਜ ਲੈਣ ਦੀ ਮੰਗ ਹੋਰ ਉੱਠਦੀ ਗਈ। 1984 ਤੋਂ ਲੈ ਕੇ 1994 ਤੱਕ ਪੰਜਾਬ ਲਹੂ ਨਾਲ ਭਿੱਜਿਆ ਰਿਹਾ। ਅਨੇਕਾਂ ਹੀ ਬੇਕਸੂਰ ਮਾਰੇ ਗਏ, ਅਨੇਕਾਂ ਹੀ ਨੌਜਵਾਨ ਸ਼ਹੀਦ ਹੋ ਗਏ। ਪੁਲਿਸ ਵਾਲਿਆਂ ਨੇ ਵੀ ਹਜ਼ਾਰਾਂ ਫਰਜ਼ੀ ਮੁਕਾਬਲੇ ਦਿਖਾ ਕੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਤੇ ਸਿੱਖਾਂ ਨੂੰ ਅਜਿਹੇ ਤਸੀਹੇ ਦਿੱਤੇ ਗਏ ਜੋ ਬਿਆਨ ਕਰਨੇ ਬਹੁਤ ਮੁਸ਼ਕਿਲ ਨੇ। ਇਸ ਸਰਕਾਰੀ ਜਬਰ ਨੂੰ 1995 ਵਿੱਚ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕਰ ਠੱਲ ਪਾ ਲਈ ਗਈ। 1984 ਦੇ ਦੰਗਿਆਂ ਦਾ ਕਹਿਰ ਇੱਕ ਇਹੋ ਜਿਹਾ ਕਹਿਰ ਹੈ ਜੋ ਨਾ ਮੰਨਣਯੋਗ, ਨਾ ਭੁੱਲਣਯੋਗ ਅਤੇ ਨਾ ਬਖਸ਼ਣਯੋਗ ਹੈ। ਕਿਉਂਕਿ ਜੇਕਰ ਕੋਈ ਦੁਸ਼ਮਣ ਇਸ ਤਰ੍ਹਾਂ ਕਰੇ ਤਾਂ ਹੈਰਾਨੀ ਨਹੀਂ ਹੁੰਦੀ, ਪਰ ਜੇਕਰ ਆਪਣੇ ਹੀ ਇਹੋ ਜਿਹਾ ਵਤੀਰਾ ਕਰਨ ਤਾਂ ਹੈਰਾਨੀ ਨਾਲੋਂ ਜ਼ਿਆਦਾ ਗਲਾਨੀ ਹੁੰਦੀ ਹੈ। ਇਸ ਸਾਰੇ ਕਹਿਰ ਦਾ ਸੰਬੰਧ 1984 ਦੇ ਬਲੂ ਸਟਾਰ ਆਪਰੇਸ਼ਨ ਨਾਲ ਹੈ। ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦਾ ਉਦੇਸ਼ ਜੇਕਰ ਸੰਤ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਮੁੱਠੀ ਭਰ ਸਮਰਥਕਾਂ ਨੂੰ ਕਾਬੂ ਕਰਨ ਤੱਕ ਸੀਮਤ ਹੁੰਦਾ ਤੇ ਇਹ ਕਾਰਵਾਈ ਕਿਸੇ ਹੋਰ ਢੰਗ ਨਾਲ ਵੀ ਕੀਤੀ ਜਾ ਸਕਦੀ ਸੀ, ਪਰ ਬਲੂ ਸਟਾਰ ਦਾ ਮੰਤਵ ਸੀ ਇੱਕ ਕੌਮ ਦੇ ਸੱਭਿਆਚਾਰ ਨੂੰ ਕੁਚਲਣਾ, ਉਹਨਾਂ ਦੇ ਦਿਲ 'ਤੇ ਹਮਲਾ ਕਰਨਾ ਅਤੇ ਉਹਨਾਂ ਦੀ ਸਪਿਰਿਟ 'ਤੇ ਸੱਟ ਮਾਰਨਾ ਸੀ। ਪਰ ਇਸ ਸਮੇਂ ਦਾ ਮੁੱਖ ਪ੍ਰਸ਼ਨ ਵੀ ਇਹੀ ਹੈ ਕਿ ਸਿੱਖਾਂ ਨੂੰ ਅੱਜ ਵੀ ਉਹਨਾਂ ਦੇ ਪੂਰੇ ਹੱਕ ਮਿਲੇ ਹਨ ਜਾਂ ਨਹੀਂ। ਚਾਹੇ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਹੋਵੇ, ਪੰਜਾਬੀ ਮਾਂ ਬੋਲੀ ਨੂੰ ਢਾਹ ਲਾਉਣ ਦੀ ਹੋਵੇ ਜਾਂ ਫਿਰ ਮੌਜੂਦਾ ਸਮੇਂ ਵਿੱਚ ਚੱਲ ਰਹੇ ਕਿਸਾਨ ਅੰਦੋਲਨ। ਅੱਜ ਦੇ ਸਮੇਂ ਵਿੱਚ ਸਾਨੂੰ ਲੋੜ ਹੈ ਆਪਣੇ ਹੱਕ ਪਛਾਣਨ ਦੀ, ਉਹਨਾਂ ਲਈ ਲੜਨ ਦੀ, ਗੁਰੂ ਜੀ ਦੇ ਦਰਸਾਏ ਮਾਰਗ ਉੱਤੇ ਚੱਲਣ ਦੀ, ਆਉਣ ਵਾਲੀਆਂ ਨਸਲਾਂ ਨੂੰ ਇਤਿਹਾਸ ਨਾਲ ਜਾਣੂ ਕਰਵਾਉਣ ਦੀ ਤੇ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।